ਸਤਿ ਸ਼੍ਰੀ ਅਕਾਲ ਸਾਰਿਆਂ ਦਾ ਇੱਕ ਵਾਰ ਫਿਰ ਤੋਂ ਮੇਰੇ ਚੈਨਲ ਦੇ ਉੱਤੇ। ਤੇ ਅੱਜ ਦਾ ਵੀਡੀਓ ਦਾ ਟੌਪਿਕ ਹੈਗਾ ਵੀ ਟਾਸਕ 1। ਜਿਵੇਂ ਕਿ ਮੈਂ ਆਪਣੇ YouTube ਤੇ ਪੋਸਟ ਪਾਈ ਸੀ ਕਿ ਅੱਜ ਕਿਸ ਟੌਪਿਕ ਦੇ ਉੱਤੇ ਆਪਾਂ ਮਤਲਬ ਵੀਡੀਓ ਬਣਾਈਏ, ਕਿ ਲਿਸਨਿੰਗ ਦੇ ਡਿਕਟੇਸ਼ਨ ਜਿਹੜੇ ਵਗੈਰਾ ਹੁੰਦੇ ਉਹਨਾਂ ਦੇ ਉੱਤੇ, ਜਾਂ ਫਿਰ ਕਿ ਟਾਸਕ 1 ਦੇ ਉੱਤੇ ਜਿਹੜਾ ਮੈਪ ਵਾਲਾ ਹੈ। ਇੱਕ ਮੇਰੇ ਵੀਰ ਨੇ ਇੰਸਟਾਗ੍ਰਾਮ ਤੇ ਵੀ ਮੈਸੇਜ ਕੀਤਾ ਸੀ ਕਿ ਮੈਪ ਦੇ ਉੱਤੇ ਵੀਡੀਓ ਬਣਾਈ ਜਾਵੇ, ਤੇ ਉਹੀ ਅਸੀਂ ਮਤਲਬ ਵੀਡੀਓ ਅੱਜ ਬਣਾਵਾਂਗੇ। ਤੇ ਚਲੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ, ਟਾਈਮ ਵੇਸਟ ਨਾ ਕਰਦੇ, ਕਿਉਂਕਿ ਇਹਦੇ ਵਿੱਚ ਮੈਂ ਇੱਕ ਇੱਕ ਚੀਜ਼ ਤੁਹਾਨੂੰ ਐਕਸਪਲੇਨ ਕਰ ਦੂੰਗਾ, ਉਹ ਵੀ ਸਿੰਪਲ ਲੈਂਗੁਏਜ ਵਿੱਚ। ਠੀਕ ਹੈ, ਕੋਈ ਵਰਡ ਮਿਸਟੇਕ ਹੋਵੇ ਤਾਂ ਮੈਨੂੰ ਕਮੈਂਟ ਸੈਕਸ਼ਨ 'ਚ ਤੁਸੀਂ ਦੱਸ ਸਕਦੇ ਹੋ। ਵੈਸੇ ਜੇ ਤੁਹਾਨੂੰ ਲੱਗੇ ਕਿ ਵਰਡ ਦੀ ਮਿਸਟੇਕ ਆ, ਤੁਸੀਂ ਉਹਨੂੰ ਸਹੀ ਕਰਕੇ ਆਪਣੇ ਹਿਸਾਬ ਨਾਲ ਲਿਖ ਲਿਓ। ਤੇ ਅੱਜ ਦੇ ਟੌਪਿਕ ਮੈਂ ਕਰਾਂਗਾ, ਜਿਵੇਂ ਕਿ ਮੈਪ ਵਾਲੀ ਗੱਲ ਹੋਈ ਆ, ਤਾਂ ਮੈਪ ਆਪਾਂ ਯੂਜ਼ ਕਰਾਂਗੇ ਫਿਰ ਇਹ ਵਾਲਾ। ਠੀਕ ਹੈ, ਇਹ ਵਾਲਾ ਮੈਪ ਯੂਜ਼, ਇਹਦੇ ਵਿੱਚ ਮੈਂ ਤੁਹਾਨੂੰ ਚੀਜ਼ਾਂ ਕੁਝ ਐਡ ਕਰਵਾਉਂਗਾ ਕਿ ਇਹਨੂੰ ਕਿਵੇਂ ਆਪਾਂ ਇਹ ਵਾਲੀ ਚੀਜ਼ ਨੂੰ ਲਿਖਾਂਗੇ ਸਿੰਪਲ ਲੈਂਗੁਏਜ ਵਿੱਚ, ਕਿਵੇਂ ਆਪਾਂ ਨੋਰਮਲੀ 6 ਬੈਂਡ ਆਪਾਂ ਅਚੀਵ ਕਰ ਸਕਦੇ ਹਾਂ। ਜਿਹੜਾ ਤਰੀਕਾ ਮੈਂ ਤੁਹਾਨੂੰ ਦਿਖਾਊਂਗਾ 6 ਬੈਂਡ ਨੋਰਮਲੀ ਟਾਸਕ 1 ਵਿੱਚੋਂ, ਮਤਲਬ ਤੁਸੀਂ ਆਰਾਮ ਨਾਲ ਮਤਲਬ ਕਿ ਪੂਰੇ ਰਾਈਟਿੰਗ 'ਚੋਂ ਟਾਸਕ 1 ਐਂਡ 2 ਵਿੱਚੋਂ 6 ਬੈਂਡ ਕਰ ਸਕਦੇ ਹੋ। ਅੱਜ ਥੋੜ੍ਹਾ ਯਾਰ ਮੈਂ ਸਲੋ ਬੋਲ ਰਿਹਾ ਕਿਉਂਕਿ ਅੱਜ ਹੈਲਥ ਵੀ ਥੋੜ੍ਹੀ ਠੀਕ ਨਹੀਂ ਸੀਗੀ, ਪਰ ਮੈਂ ਵੀਡੀਓ ਬਣਾਉਣਾ ਜ਼ਰੂਰੀ ਸਮਝਿਆ। ਕੁਛ ਵੀ ਵੀਡੀਓ 'ਚ ਪ੍ਰੋਬਲਮ ਹੋਵੇ ਜਾਂ ਕਿਸੇ ਵੀ ਚੀਜ਼ 'ਚ ਇਸ਼ੂ ਆਵੇ ਤਾਂ ਪਲੀਜ਼ ਮੈਨੂੰ ਕਮੈਂਟ ਸੈਕਸ਼ਨ 'ਚ ਦੱਸ ਸਕਦੇ ਹੋ। ਥੈਂਕ ਯੂ ਗਾਇਸ। ਚਲੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ। ਅੱਜ ਮੈਂ ਪੈਨ ਦਾ ਯੂਜ਼ ਕਰ ਰਿਹਾ ਹਾਂ ਕਿਉਂਕਿ ਯਾਰ ਪੈਨਸਿਲ ਦੇ ਨਾਲ ਇੱਕ ਤਾਂ ਰਾਈਟਿੰਗ ਸਮਝ ਨਹੀਂ ਆਉਂਦੀ ਕਈ ਬੰਦਿਆਂ ਨੂੰ, ਤਾਂ ਉਸਦੇ ਕਰਕੇ ਮੈਂ ਕਿਹਾ ਫਿਰ ਪੈਨ ਯੂਜ਼ ਕੀਤਾ ਜਾਵੇ। ਟਾਸਕ 1 ਮੈਪ, ਚਲੋ ਠੀਕ ਆ। ਹੁਣ ਪਹਿਲਾਂ ਦੇਖੋ ਬਾਈ, ਦਾ ਪਲੇਨਸ, ਇਹ ਪਲੇਨਸ ਦੇਖ ਕੇ ਯਾਰ ਹੌਚ ਪੌਚ ਨਹੀਂ ਹੋ ਜਾਣਾ। ਪਲੇਨਸ ਮੈਪਸ ਨੂੰ ਵੀ ਕਹਿੰਦੇ ਆ। ਠੀਕ ਹੈ, ਬਿਲੋ ਸ਼ੋ ਏ ਪਬਲਿਕ ਪਾਰਕ ਵੈਨ ਇਟ ਫਸਟ ਓਪਨਡ ਇਨ 1920 ਐਂਡ ਦਾ ਸੇਮ ਪਾਰਕ ਟੂਡੇ। 1920 ਪਾਸਟ ਦੀ ਗੱਲ ਆ, ਟੂਡੇ ਪ੍ਰੈਜ਼ੈਂਟ ਦੀ ਗੱਲ ਆ। ਇਹ ਦਿਮਾਗ ਦੇ ਵਿੱਚ ਚੀਜ਼ਾਂ ਰੱਖਣੀਆਂ। ਠੀਕ ਹੈ, ਜੇ ਮੈਂ ਵੀ ਕੁਛ ਗਲਤੀ ਕਰਾਂ ਤਾਂ ਮੈਨੂੰ ਜ਼ਰੂਰ ਦੱਸ ਦੇਣਾ। ਠੀਕ ਹੈ, ਚਲੋ ਸ਼ੁਰੂ ਕਰਦੇ ਹਾਂ। ਹੁਣ ਮੈਂ ਤੁਹਾਨੂੰ ਇੱਕ ਪਹਿਲਾਂ ਇੱਕ ਫਸਟ ਲਿਖ ਕੇ ਦੱਸੂੰਗਾ, ਜਿਹੜਾ ਨੋਰਮਲ ਆਪਾਂ ਲਿਖਾਂਗੇ, ਜਿਹਦੇ ਵਿੱਚ ਮੈਂ ਕੀ ਲਿਖੂੰਗਾ, ਦੀ ਮੈਪਸ ਇਲਸਟ੍ਰੇਟ। ਐਸ ਨਹੀਂ ਲਗਾਵਾਂਗੇ, ਸਿੰਪਲ ਇਲਸਟ੍ਰੇਟ ਰੱਖਾਂਗੇ। ਜੇ ਇਕੱਲਾ ਮੈਪ ਹੁੰਦਾ ਫਿਰ ਆਪਾਂ ਐਸ ਲਗਾਵਾਂਗੇ, ਜੇ ਮੈਂ ਐਸ ਲੱਗੀ ਇੱਥੇ ਤਾਂ ਫਿਰ ਆਪਾਂ ਐਸ ਤੇ ਨਹੀਂ ਲਗਾਈ। ਇਲਸਟ੍ਰੇਟ ਦੀ ਪਬਲਿਕ, ਆ ਸੇਮ ਹੀ ਲਿਖ ਰਿਹਾ ਮੈਂ, ਦੇਖ ਲਓ। ਦ ਮੈਪਸ ਇਲਸਟ੍ਰੇਟ ਦ ਪਬਲਿਕ। ਠੀਕ ਹੈ, ਪਾਰਕ। ਠੀਕ ਹੈ, ਪਬਲਿਕ ਪਾਰਕ ਵੈਨ ਆਪਾਂ ਲਿਖ ਸਕਦੇ ਹਾਂ ਪਬਲਿਕ ਪਾਰਕ। ਮੈਂ ਆਹੀ ਚੀਜ਼ ਰਿਪੀਟ ਕਰ ਰਿਹਾ ਸਾਰੀ। ਠੀਕ ਹੈ, ਵੈਨ ਇਟ FIRST ਫਸਟ opened in 1920 and the same park at present। ਥੋੜਾ ਜ਼ੂਮ ਕਰਕੇ ਦੇਖ ਲਓ, ਮੈਂ ਇਹ ਤੁਹਾਨੂੰ ਚੀਜ਼ ਸਮਝਾ ਦੇਵਾਂ। ਦੇਖੋ ਇਹਦੇ ਵਿੱਚ ਮੈਂ ਕੁਛ ਨਹੀਂ ਐਡ ਕੀਤਾ, ਬਿਲਕੁਲ ਸਿੰਪਲ ਲਾਈਨ ਬਣਾ ਦਿੱਤੀ ਆ। ਚੀਜ਼ਾਂ ਜਿਹੜੀਆਂ ਮੈਂ ਚੇਂਜ ਕੀਤੀਆਂ, ਮੈਪਸ ਪਲੇਨਸ ਦੀ ਥਾਂ ਤੇ, ਸ਼ੋ ਦੀ ਥਾਂ ਤੇ ਇਲਸਟ੍ਰੇਟ ਲਿਖ ਦਿੱਤਾ। ਠੀਕ ਹੈ, ਦੀ ਪਬਲਿਕ ਪਾਰਕ ਵੈਨ ਇਟ ਵਾਜ਼ ਓਪਨਡ, ਸਾਰਾ ਬਾਕੀ ਸੇਮ ਲਿਖ ਦਿੱਤਾ। ਐਂਡ ਦਾ ਸੇਮ ਪਾਰਕ ਐਟ ਪ੍ਰੈਜ਼ੈਂਟ, ਉਹਨਾਂ ਨੇ ਕੀ ਲਿਖਿਆ, ਟੂਡੇ। ਠੀਕ ਹੈ, ਇਹਦੇ ਵਿੱਚ ਆਪਾਂ ਇਹ ਲਾਈਨ ਲਿਖਣੀ ਕਿ ਦਾ ਡਾਟਾ ਹੈਜ਼ ਬਿਨ ਕੈਲੀਬਰੇਟਡ ਇਨ ਨੰਬਰਸ, ਕਿਉਂਕਿ ਇਹਦੇ ਵਿੱਚ ਸਾਨੂੰ ਕੋਈ ਡਾਟਾ ਨਹੀਂ ਦਿੱਤਾ, ਇਹ ਮੈਪ ਆ। ਇਹਦੇ ਵਿੱਚ ਉਹ ਆਪਾਂ ਲਾਈਨ ਐਡ ਨਹੀਂ ਕਰਨੀ। ਹੁਣ ਸੈਕਿੰਡ ਜਿਹੜਾ ਮੈਂ ਤੁਹਾਨੂੰ ਦੱਸੂਗਾ, ਇੰਟਰੋਡਕਸ਼ਨ, ਜਿਹੜੀ ਥੋੜੀ ਟਫ ਹੋਊਗੀ ਇਹਦੇ ਤੋਂ, ਜਿਹੜੇ ਮਤਲਬ ਬੈਂਡ ਸਕੋਰ ਥੋੜਾ ਕਿ ਇੰਕਰੀਜ਼ ਕਰਨਾ ਚਾਹੁੰਦੇ ਆ ਉਹਨਾਂ ਦੇ ਲਈ। ਉਹ ਕਿੱਦਾਂ ਲਿਖਾਂਗੇ, ਦੀ ਫਸਟ ਮੈਪ ਡਿਪਿਕਟਸ। ਦੇਖੋ ਹੁਣ ਮੈਪ ਆ, ਐਸ ਲਗਾਤੀ ਮੈਂ ਡਿਪਿਕਟਸ ਦੇ ਨਾਲ। ਜੇ ਮੈਪਸ ਲਿਖ ਦਿੰਦਾ, ਕਿਉਂਕਿ ਮੈਂ ਇਹਦੇ ਵਿੱਚ ਦੋਨੋਂ ਮੈਪ ਕਰਿਆ, ਫਸਟ ਮੈਂ ਡਿਪਿਕਟਸ ਦੀ ਪਾਰਕ ਡਿਊਰਿੰਗ
इट्स देखो कभी भी ये ना आप शॉर्ट फॉर्म नहीं यूज़ करनी वर्ड्स की, हमेशा पूरा ही वर्ड लिखना है, ठीक है। डिपिक्स द वर्ड है ना, आप इदा सिंपल लिख सकते हैं ड्यूरिंग इट्स ओपनिंग इन 1920, और होर की लिख सकते हैं, ठीक है। ड्यूरिंग इट्स आप कह सकते हैं इन AUGU, ठीक है, देख लो स्पेलिंग RATION। इन आर्ग्यूएशन मीन्स उद्घाटन करना, ठीक है। OPENING ओपनिंग इन 1920, ठीक है। इन आर्गुरेशन ओपनिंग इन 1920। सॉरी फॉर दैट यार, बाइक की नॉइस आऊगी थोड़ी जी, ब्रदर आए थे, ठीक है। 1920 में इनार्गुरेशन, ओपनिंग इन इनार्गुरेशन 1920। फिर आप अगे की ऐड कर सकते हैं, आप फुल स्टॉप लगाने की लोड़ नहीं, जो फुल स्टॉप लगाया तो ये बड़ा पऊगा, आप सिंपल कहेंगे एंड दी सेकेंड मैप इल्स्ट्रेट्स, स्पेलिंग देख लो ILLUSTRATS, इल्स्ट्रेट्स, थोड़ा जूम कर दीजिए, इल्स्ट्रेट्स इट्स प्रेजेंट डे लेआउट। देखो ये मैं दसदा, फर्स्ट मैप शो द पार्क ड्यूरिंग इट्स इनैगूरेशन, ओपनिंग मतलब उद्घाटन के टाइम ते 1920, एंड द सैकेंड मैप इलस्ट्रेट द प्रेजेंट डे लेआउट, जो प्रेजेंट में अवेलेबल है। चलो हम BP बंद शुरू करते हैं, ठीक है। ये की लिखेंगे, ये चीज़ रट्टा लगा लेना, एट द FIRST फर्स्ट GLANCE glance, okay. It can be OBSERVED observed. It can be observed that, okay, it can be observed that the park FIRST first OPENED opened in 1920, ओके। एंड मैं समझाऊंगा भी बाद। इट वेंट थ्रू SUDDN सडन या ड्रास्टिक, ओके। सडन या ड्रास्टिक कह सकते हैं, डेवलपमेंट, फिर की कहोगे सिंस देन, ओके। ये चीज़ ਨੂੰ ਆਪਾਂ एक्सप्लेन करांगे। आ चीज़ तुसी ना रट्टा लगा लेना है, इन्नी मैं लाइन मार रहा हाँ, ये चीज़ हरेक में लिखनी है, ये चीज़ हरेक च लिखनी है जी लाइन लगाई आ, भावें मैप आ जाए, भावें तुहानू बारग्राफ आ जाए, भावें तुहानू टेबल आ जाए, वो चीज़ां लिखनिया है। अगे कि मैं लिखा था, पार्क फर्स्ट ओपनड 1920 ओपन हुई सी, एंड इट वेंट थ्रू सडन डेवलपमेंट, अपने डेवलपमेंट के सडन गई जी, अज तक वो जो डेवलपमेंट है वो चेंज होया पाया ये वाले प्रेजेंट के, ठीक है। हुण अगे मैं एक करैक्टर ऐड करूँगा, ये करैक्टर असीं ऐड कर सकते हैं। मोर ओवर, मैं लाइन मारदा जो तुहाडे लिए इंपॉर्टेंट पॉइंट है। मोर ओवर इन 1920 3 rose garden was in the 3 rose garden was situated the corner
ऑफ द पार्क, ठीक है। 3 रोज गार्डन सिचुएटेड, ओके, 3 रोज गार्डन सिचुएटेड द कॉर्नर ऑफ द पार्क, ठीक है। और ਆਪਾਂ ਕੀ ਚੀਜ਼ ਐਡ ਕਰਾਂਗੇ, ਦ ਸੈਂਟਰ ਆਫ ਦਾ ਪਾਰਕ ਇਨ 1920 ਦੀ ਸੈਂਟਰ ਆਫ ਵਨ ਫਾਊਂਟਨ ਸਿਚੁਏਟਡ ਇਨ ਦੀ ਸੈਂਟਰ ਆਫ ਦਾ ਪਾਰਕ, ਓਕੇ। ਆ ਦੇਖੋ ਮੈਂ ਇੱਕੋ ਚੀਜ਼ਾਂ ਬਾਰ-ਬਾਰ ਰਿਪੀਟ ਕਰ ਰਿਹਾ, ਇਨ 1920 ਦੀ FOUN fountain was 1920 the fountain situated in the center of the park, situated in the center of the park, okay। सेकेंड अगे की लिखांगे, द लेफ्ट साइड ऑफ द फाउंटेन वन स्टेज फॉर मजिशियन, लैफ्ट साइड राइट आ चीज़ देख लो, अभी मैं तुम दसनी सी नहीं, मैं तुहाडे करके लिखी नॉर्थ साउथ वैसट ईस्ट, लैफ्ट साइड। हुण फाउंटेन के लैफ्ट साइड पर की आ, देखो मैं वही चीज़ में एक्सप्लेन कर रहा सिंपल लैंग्वेज, ठीक है। थोड़ा मैं हाँ द लेफ्ट side of the fountain one stage for magicians, okay, one stage for magicians। चलो हुण अगे भी आपां थोड़ा बनावांगे। इन 1920 दी साउथ साइड, देखो 1920 साउथ साइड विच, ठीक है, साउथ साइड या वैस्ट साउथ साइड कॉर्नर, ओके, ये भी लिख सकते हैं, ठीक है। बेस्ट साउथ वैस्ट साइड या आप कह दिए साउथ साइड, ठीक है, साउथ साइड कह दिए, या फिर साउथ ईस्ट साइड, ईस्ट है ना इधर अपना, साउथ ईस्ट साइड, ठीक है, ओके। साउथ ईस्ट साइड ऑफ द पार्क वन ग्लास हाउस वाज अवेलेबल, ठीक है। of the park one glass house was available, okay। इदां आप लिखांगे अगे in 1920 two entrance was available, one is the south side and another one is the north side, ठीक है। हुण अगे आप जाने नैक्सट वाले ते कि आप नैक्सट वाले विच की मतलब ऐड करके लिख सकते हैं, प्रेजेंट वाले नूं आपां हुण करांगे, ठीक है भी। बिसाइड्स दी glass HOUSE house, sorry for that one, on the south east, ठीक है, आ देख ला साउथ ईस्ट साइड, ओके, साउथ ईस्ट साइड has been REPLACED replaced, ओके, demolished, ठीक है। रिप्लेसड आप कहता कि रिप्लेसड होया विद ए वाटर FE स्पेलिंग बोल के FEA
ਜੇ ਤੁਸੀਂ ਬੋਲ ਕੇ ਸਪੈਲਿੰਗ ਲਿਖੋਗੇ ਨਾ ਤਾਂ ਡੈਫੀਨੇਟਲੀ ਤੁਹਾਡੀ ਸਪੈਲਿੰਗ ਮਿਸਟੇਕ ਨਹੀਂ ਹੋਣਗੀ। ਠੀਕ ਹੈ, ਇਹ ਹੋ ਗਿਆ। ਹੁਣ ਅੱਗੇ ਕੀ ਲਿਖਾਂਗੇ? ਇਨ ਟੂਡੇ ਪਾਰਕ ਕਹਿ ਸਕਦੇ ਹਾਂ, ਔਰ ਇਨ ਟੂਡੇ GRAN ਗ੍ਰੇਂਜ ਪਾਰਕ। ਠੀਕ ਹੈ, ਗ੍ਰੇਂਜ ਕੀ ਕਹਿ ਸਕਦੇ? ਇਨ ਟੂਡੇ ਗ੍ਰੇਂਜ ਪਾਰਕ there is a underground entrance। देखो underground entrance to the car park कितने लिए बजेगा? फॉर विजिटर्स। ठीक है, ਇਹ ਚੀਜ਼ ਯਾਦ ਰੱਖਿਓ, ਬਹੁਤ ਸਿੰਪਲ ਲਿਖਾ ਰਿਹਾ ਮੈਂ ਤੁਹਾਨੂੰ। ਠੀਕ ਆ, ਹਾਂ ਹੋ ਸਕਦਾ ਮੇਰਾ ਵੀ ਵਿੱਚ ਕਿਤੇ ਆਵਾਜ਼ ਵਿੱਚ ਕੋਈ ਵੀ ਇਸ਼ੂ ਪ੍ਰੋਬਲਮ ਹੋਵੇ, ਥੋੜਾ ਮੈਂ ਪਾਸਟ ਪ੍ਰੈਜ਼ੈਂਟ ਮਿਕਸ ਹੋ ਗਿਆ ਹੋਵੇ, ਤਾਂ ਉਹ ਤੁਸੀਂ ਆਪਣਾ ਚੈੱਕ ਕਰ ਲਿਓ। ਬਟ ਜੇ ਤੁਸੀਂ ਈਮੇਲ ਲਿਖ ਕੇ ਆਓਗੇ ਤੁਹਾਡੇ ਯਾਰ ਬੈਂਡ ਸਕੋਰ ਕਿਤੇ ਨਹੀਂ ਜਾਂਦਾ, ਕਿਤੇ ਵੀ ਨਹੀਂ ਜਾਂਦਾ। ਡੈਫੀਨੇਟਲੀ ਯੂ ਕੈਨ ਗੈਟ ਯੂਰ ਡਿਜ਼ਾਇਰ ਬੈਂਡ। ਹੁਣ ਇੱਕ ਚੀਜ਼ ਮੈਂ ਕਰ ਦੇਣੀ ਹੈ ਵਿੱਚ ਐਡ ਕਨੈਕਟਰ ਇਨ ਐਡੀਸ਼ਨ। ਓਕੇ, ਹੋਰ ਕੀ ਹੈ? ਕੈਫੇ ਲਗਾ ਲਓ। ਦੀ ਕੈਫੇ on the north east side of park। ठीक है, नॉर्थ ईस्ट साइड ऑफ पार्क also done। जिद्दां कह सकते हैं in addition the north east side of park one cafe। okay, done or one they made new cafe। okay, ये कह सकते हैं मेक मेड नहीं मेक मेड। ओके, ਪ੍ਰੈਜ਼ੈਂਟ ਵਿੱਚ ਹੀ ਆਪਾਂ ਇਹਨੂੰ ਐਕਸਪਲੇਨ ਕਰਨਾ ਆ ਸਿੰਪਲੀ, ਮਤਲਬ ਕਿ ਜ਼ਿਆਦਾ ਕੁਛ ਕਰਨ ਦੀ। ਜਾਂ ਆਪਾਂ ਇੱਥੇ ਇਹ ਚੀਜ਼ ਐਡ ਕਰ ਸਕਦੇ ਸੀ, ਇਹ ਤੋਂ ਅੱਗੇ ਆ ਇੰਨੀ ਲਾਈਨ ਨੂੰ ਆਪਾਂ ਜੇ ਨਹੀਂ ਲਿਖਣਾ ਚਾਹੁੰਦੇ, ਥੋੜ੍ਹਾ ਇਹਨੂੰ ਹਾਰਡ ਬਣਾਉਣਾ ਚਾਹੁੰਦੇ, ਆਪਾਂ ਇੱਥੇ ਲਿਖ ਸਕਦੇ ਸੀ adjacent to Arnold AV venue was also done। Here the cafe on the north east side adjacent to the Arnold venue was also done। ਇਹ ਵਾਲੀ ਚੀਜ਼ ਆਪਾਂ ਲਿਖ ਸਕਦੇ ਸੀ। ਠੀਕ ਹੈ, ਇਹੀ ਚੀਜ਼ ਨੂੰ ਯਾਰ ਐਕਸਪਲੇਨ ਕਰ ਰਿਹਾ ਮੈਂ, ਕੁਝ ਵੱਡਾ ਨਹੀਂ ਕਰ ਰਿਹਾ, ਇਹੀ ਚੀਜ਼ ਨੂੰ ਬਾਰ-ਬਾਰ ਐਕਸਪਲੇਨ ਕਰ ਰਿਹਾ। ਹੁਣ ਆਪਾਂ ਕੀ ਕਹਿ ਸਕਦੇ ਤੇ ਲਾਸਟ ਵਿੱਚ ਲਈ ਆਪਾਂ ਇਹਨੂੰ ਮਕਾਨ ਲਈ ਆਪਾਂ ਕਵਾਂਗੇ ਇੱਕ ਕਨੈਕਟਰ ਯੂਜ਼ ਕਰਾਂਗੇ ਫਾਈਨਲੀ ਯੂਜ਼ ਕਰ ਲਿਆ। ਦੀ ਇਹਦੀ ਗੱਲ ਕਰਾਂਗੇ ਪਾਊਂਡ ਫॉर ਵਾਟਰ। ਦੇਖੋ ਯਾਰ ਇੱਦਾਂ ਕੋਈ ਤੁਹਾਡਾ ਇੰਸਟੀਟਿਊਟ ਵਾਲਾ ਵੀ ਤੁਹਾਨੂੰ ਨਹੀਂ ਸਮਝਾਊਗਾ, ਇੰਸਟੀਟਿਊਟ ਵਿੱਚ ਵੀ ਤੁਹਾਨੂੰ ਟੌਪਿਕ ਦੇ ਕੇ ਕਹੋਗੇ ਬੈਠ ਕੇ ਕਰੋ। ਠੀਕ ਆ, ਮੈਂ ਫਿਰ ਵੀ ਇਹ ਚੀਜ਼ ਤੁਹਾਨੂੰ ਸਮਝਾ ਰਿਹਾ ਹਾਂ। ਜੇ ਵਿੱਚ ਮੇਰੇ ਕੋਲ ਕੋਈ ਆਵਾਜ਼ ਇਜ਼ ਗਲਤ ਥਾਵਾਂ 'ਤੇ ਪਲੇਸ ਹੋ ਗਿਆ ਹੋਵੇ ਤਾਂ ਤੁਸੀਂ ਉਹ ਚੀਜ਼ ਨੂੰ ਹਾਈਲਾਈਟ ਕਰਨ ਨਾਲੋਂ ਤੁਸੀਂ ਆਪਣਾ ਦੇਖਿਓ ਕਿ ਤੁਸੀਂ ਉਹਨੂੰ ਕਿਵੇਂ ਸੁਧਾਰ ਸਕਦੇ ਹੋ। ਇਹਦਾ ਕਈ ਕਮੈਂਟ ਵਿੱਚ ਕਹਿਣ ਲੱਗ ਪੈਂਦੇ ਨੇ ਕਿ ਯਾਰ ਤੂੰ ਆਵਾਜ਼ ਲਿਖ ਦਿੱਤਾ, ਤੁਸੀਂ ਗਲਤ ਕਰ ਦਿੱਤਾ। ਠੀਕ ਆ, ਅਤੇ ਤੁਹਾਨੂੰ ਗਲਤੀ ਪਤਾ ਲੱਗ ਗਈ ਆ, ਤੁਸੀਂ ਉਹਨੂੰ ਸੁਧਾਰ ਲਓ। ਮੈਂ ਯਾਰ ਹੁਣ ਡੈਫੀਨੇਟਲੀ ਵੀਡੀਓ ਬਣਾ ਰਿਹਾ, ਥੋੜਾ ਮੈਂ ਠੀਕ ਵੀ ਨਹੀਂ ਹੈਗਾ, ਫਿਰ ਵੀ ਮੈਂ ਵੀਡੀਓ ਬਣਾ ਰਿਹਾ ਕਿ ਯਾਰ ਤੁਹਾਡੇ ਕੰਮ ਆਵੇ। ਠੀਕ ਹੈ, ਤਾਂ ਤੁਸੀਂ ਮਤਲਬ ਉਹ ਚੀਜ਼ ਨੂੰ ਕੈਰੀ ਕਰ ਲਿਓ, ਉਹੀ ਚੀਜ਼ ਨੂੰ ਕਵਰ ਕਰ ਲਿਓ। ਠੀਕ ਹੈ, ਇਹ ਕੀ ਕਵਾਂਗੇ? ਚੇਂਜ the pound for water plants changed with a children play area। चिल्ड्रन प्ले एरिया। ठीक है, चिल्ड्रन प्ले एरिया में चेंज्ड हो गया है ना। ਹੁਣ ਇਹ ਕਹਿ ਸਕਦੇ ਹਾਂ
ਓਕੇ, ਹੁਣ ਆਪਾਂ ਇੱਕ ਹੋਰ ਚੀਜ਼ ਇਹਦੇ ਵਿੱਚ ਕੀ ਐਡ ਕਰ ਸਕਦੇ ਹਾਂ, ਦੀ ਨਾਰਥ ਵੈਸਟ ਸਾਈਡ ਕਾਰਨਰ ਰੋਜ਼ ਗਾਰਡਨ ਵਾਜ਼ ਅਨਚੇਂਜਡ ਔਰ ਰਿਮੇਨ ਸੇਮ। ਇਹ ਵਾਲੀ ਚੀਜ਼ ਨੂੰ ਆਪਾਂ ਕਹਿ ਸਕਦੇ ਰਿਮੇਨ ਸੇਮ ਰਹਿ ਚੁੱਕਿਆ ਹੈ। ਠੀਕ ਹੈ, ਹੁਣ ਆਪਾਂ ਲਾਸਟ 'ਤੇ ਆ ਜਾਂਦੇ ਹਾਂ ਓਵਰਆਲ 'ਤੇ। ਇੱਕ ਚੀਜ਼ ਦੀ ਰੱਟਾ ਲਾਣੀ ਹੈ, ਇਟ ਇਜ਼ ਵਿਵਰਡ दैट, आज चीज़ रट्टा लगा लो। ठीक है, दी लेआउट ऑफ पार्क has been changed drastically and the main entrance at Arnold Avenue and Eldon Street ਕੀ ਕਹਿ ਸਕਦੇ ਹਾਂ, the main entrance at Arnold Avenue and Eldon Street is remain same or is ਕੀ ਕਹਿ ਸਕਦੇ ਹਾਂ, same or unchanged। ठीक है, ये साਡਾ ओवरऑल हो गया। देखो इन्नी चीज़ मैं ਤੁਹਾਨੂੰ समझा ਦਿੱਤੀ ਆ, बाकी ਇਹਦੇ ਵਿੱਚ ਜੇ ਮੇਰੇ को भी कोई गलती हो सकती, क्योंकि देखो मैं भी परफेक्ट नहीं हैगा, कोई भी नो वन परफेक्ट, कोई भी परफेक्ट नहीं हैगा यार ये चीज़ों में। पर ਤੁਸੀਂ ਜੇ ਇੰਨੀ ਚੀਜ਼ ਹੀ ਲੈ ਕੇ ਆਉਂਗੇ ਨਾ ਮੈਪ ਨੂੰ, ਕਿਉਂਕਿ ਦੇਖੋ ਮੈਂ ਕੁਛ ਨਹੀਂ ਕੀਤਾ, ਮੈਂ ਕਿਤੇ ਨਹੀਂ ਦੇਖਿਆ, ਮੈਂ ਕੁਛ ਨਹੀਂ ਕੀਤਾ ਯਾਰ, ਮੈਂ ਤੁਹਾਡੇ ਸਾਹਮਣੇ ਜੋ ਆ ਮੈਂ ਉਹਨਾਂ ਨੂੰ ਐਕਸਪਲੇਨ ਕੀਤਾ। ਜੇ ਵਿੱਚ ਸਾਡੇ ਥੋੜ੍ਹੀਆਂ ਬਹੁਤੀਆਂ ਆਵਾਜ਼ ਦੀਆਂ ਗਲਤੀਆਂ ਮੈਨੂੰ ਨਾ ਐਗਜ਼ਾਮੀਨਰ ਇਗਨੋਰ ਕਰਦਾ ਹੈ, ਕਿਉਂਕਿ ਐਗਜ਼ਾਮੀਨਰ ਨੂੰ ਸਮਝ ਆਉਣਾ ਚਾਹੀਦਾ ਕਿ ਜੇ ਉਹ ਇਹਦੇ ਵਿੱਚ ਚੇਂਜਸ ਹੋਏ ਨੇ ਉਹੀ ਬੰਦਾ ਲਿਖ ਰਿਹਾ ਆ। ਇਹ ਨਹੀਂ ਸੋਚਣਾ ਕਿ ਤੁਸੀਂ ਇੱਕ ਆਵਾਜ਼ ਗਲਤ ਲਿਖ ਦਿੱਤਾ ਤੁਹਾਡਾ ਗਲਤ ਹੋ ਜੂ, ਦੂਜਾ ਆਵਾਜ਼ ਗਲਤ, ਕੁਛ ਨਹੀਂ ਹੋਊਗਾ। ਐਗਜ਼ਾਮੀਨਰ ਨੇ ਤੁਹਾਡਾ ਪਤਾ ਕੀ ਚੈੱਕ ਕਰਨਾ ਆ, ਤੁਹਾਡਾ ਲਿਖਣ ਦਾ ਵੇ, ਤੁਹਾਡੇ ਕਨੈਕਟਰਸ ਜਿਹੜੇ ਤੁਸੀਂ ਯੂਜ਼ ਕੀਤੇ ਆ। ਦੇਖੋ ਆਵਾਜ਼ ਦੀ ਗਲਤੀ ਤਾਂ ਪਰਫੈਕਟ ਤੋਂ ਪਰਫੈਕਟ ਬੰਦਾ ਵੀ ਕਰ ਲੈਂਦਾ ਆ। ਠੀਕ ਹੈ, ਇਹ ਚੀਜ਼ਾਂ ਦੀ ਗਲਤੀ ਹਰ ਬੰਦਾ ਕਰਦਾ, ਕਿਉਂਕਿ ਯਾਰ ਪ੍ਰੈਜ਼ੈਂਟ ਪਾਸਟ ਇਹ ਸਾਰਾ ਕੁਝ ਤੁਹਾਨੂੰ ਪਤਾ ਇੱਕਦਮ ਬੰਦਾ ਆਪਣੇ ਦਿਮਾਗ 'ਚ ਸਟੋਰ ਨਹੀਂ ਕਰ ਸਕਦਾ। ਉਹ ਵੀ ਬੱਚੇ ਜਿਹੜੇ ਸਾਡੇ ਵਰਗੇ ਜੇ ਬੰਦੇ ਮਤਲਬ ਕਿ ਜਿਨ੍ਹਾਂ ਨੂੰ ਇੰਗਲਿਸ਼ ਵਿੱਚ ਜ਼ਿਆਦਾ ਹਾਈ ਨਹੀਂ ਹੈਗੇ, ਲੈਵਲ ਉਹਨਾਂ ਦਾ ਇੰਨਾ ਜ਼ਿਆਦਾ ਹਾਈ ਨਹੀਂ ਹੈਗਾ, ਬਟ ਫਿਰ ਵੀ ਉਹਨਾਂ ਨੂੰ ਇਹ ਚੀਜ਼ ਕਰਨੀ ਪੈ ਰਹੀ ਹੈ। ਪਰ ਉਹਨਾਂ ਦੀ ਮੈਂ ਗੱਲ ਸਮਝ ਸਕਦਾ ਹਾਂ ਕਿ ਤੁਸੀਂ ਆਵਾਜ਼ ਦੀ ਬਿਲਕੁਲ ਟੈਨਸ਼ਨ ਨਾ ਲਓ ਯਾਰ। ਜਦੋਂ ਤੁਹਾਨੂੰ ਪਤਾ ਲੱਗੇ ਪਾਸ ਦੀ ਗੱਲ ਹੋਈ, ਉਹ 'ਚ ਆਵਾਜ਼ ਹੀ ਯੂਜ਼ ਕਰਨਾ ਆ, ਆਵਾਜ਼ ਯੂਜ਼ ਕਰਦੇ ਰਹੋ। ਕਈ ਵਾਰੀ ਪਤਾ ਕੀ ਹੁੰਦਾ, ਆਪਾਂ ਆਵਾਜ਼ ਵੀ ਯੂਜ਼ ਕਰ ਲੈਂਦੇ ਹਾਂ ਅਤੇ ਵਰਬ ਦੀ ਫਾਲ ਦੇ ਨਾਲ ਈ ਡੀ ਵੀ ਲਗਾ ਦਿੰਦੇ ਹਾਂ। ਇਹ ਚੀਜ਼ ਦੀ ਗੌਰ ਨਹੀਂ ਹੁੰਦੀ, ਕਿਸੇ ਨੂੰ ਵੀ ਕਈ ਵਾਰ ਨਹੀਂ ਹੁੰਦੀ ਗੌਰ, ਮੇਰੇ ਕੋਲ ਵੀ ਨਹੀਂ ਹੁੰਦੀ ਯਾਰ, ਮੈਂ ਇਹ ਗਲਤੀ ਬਹੁਤ ਕਰਦਾ ਸੀਗਾ। ਠੀਕ ਹੈ, ਅਤੇ ਤੁਸੀਂ ਇਹਦੇ 'ਚ ਵੀ ਦੇਖਿਓ ਜੇ ਮੈਂ ਗਲਤੀ ਕਰੀ ਹੋਈ ਦੱਸ ਦਿਓ। ਅਤੇ ਇਹ ਮੈਂ ਉਹ ਦੱਸਦਾ ਕਿ ਪਰ ਫਿਰ ਵੀ ਮੇਰੇ ਬੈਂਡ ਸਕੋਰ ਵਧੀਆ ਆਉਂਦੇ ਰਹੇ। ਠੀਕ ਆ, ਜਿਵੇਂ ਕਿ ਮੈਂ ਕਰਦਾ ਰਿਹਾ ਅਤੇ ਮੇਰੇ ਬੈਂਡ ਸਕੋਰ ਬਹੁਤ ਵਧੀਆ ਹੈ, ਕਿਉਂਕਿ ਐਗਜ਼ਾਮੀਨਰ ਨੂੰ ਇਹ ਚੀਜ਼ ਸਮਝ ਆ ਰਹੀ ਸੀ ਕਿ ਮੈਂ ਲਿਖ ਕੀ ਰਿਹਾ ਹਾਂ। ਜਿਹੜੀ ਟਾਸਕ ਦੀ ਮੈਂ ਪਹਿਲੀ ਵੀਡੀਓ ਬਣਾਈ ਸੀ ਉਹਦੇ ਵਿੱਚ ਮੈਂ ਕਨੈਕਟਰ ਦੱਸੇ ਨੇ, ਤੁਸੀਂ ਕਿਹੜੇ ਕਿਹੜੇ ਕਨੈਕਟਰ ਯੂਜ਼ ਕਰ ਸਕਦੇ ਹੋ। ਠੀਕ ਹੈ, ਉਹ ਦੱਸੇ ਨੇ, ਅਤੇ ਡੈਫੀਨੇਟਲੀ ਉਹ ਵਾਲੇ ਕਨੈਕਟਰ ਤੁਸੀਂ ਯੂਜ਼ ਕਰ ਸਕਦੇ ਹੋ। ਬਟ ਮੈਪ ਵਿੱਚ ਕੁਛ ਨਹੀਂ ਆ ਮੇਰੇ ਵੀਰੋ, ਮੈਪ ਨੂੰ ਇਹੀ ਚੀਜ਼ ਨੂੰ ਐਕਸਪਲੇਨ ਕਰਨਾ ਹੈ ਸਿੰਪਲੀ। ਤੁਸੀਂ ਜੋ ਵੀ ਇਹ ਚੀਜ਼ ਹੈ ਇਹਨੂੰ ਹੀ ਤੁਸੀਂ ਸਿੰਪਲੀ ਐਕਸਪਲੇਨ ਕਰ ਦੇਣਾ ਹੈ। ਜੇ ਇਹ ਮੈਪ ਤੁਹਾਨੂੰ ਸਮਝ ਨਹੀਂ ਆਇਆ ਚੰਗੀ ਤਰ੍ਹਾਂ ਤਾਂ ਮੈਨੂੰ ਪਲੀਜ਼ ਕਮੈਂਟ ਸੈਕਸ਼ਨ ਵਿੱਚ ਮੈਨੂੰ ਦੱਸ ਦਿਓ, ਮੈਂ ਇੱਕ ਹੋਰ ਮੈਪ 'ਤੇ ਵੀਡੀਓ ਬਣਾ ਦੂੰਗਾ, ਉਹ ਵੀ ਮੈਂ ਚੰਗੀ ਤਰ੍ਹਾਂ ਇਵੇਂ ਹੀ ਐਕਸਪਲੇਨ ਕਰ ਦੂੰਗਾ। ਥੋੜ੍ਹਾ ਜਿਹਾ ਮੈਂ ਠੀਕ ਨਹੀਂ ਹੈਗਾ, ਉਸ ਕਰਕੇ ਮੈਂ ਥੋੜ੍ਹੀ ਵੀਡੀਓ ਜਲਦੀ ਬਣਾ ਰਿਹਾ ਹਾਂ। ਅਤੇ ਦੇਖ ਲਓ ਤੁਸੀਂ, ਮੈਂ 18 ਮਿੰਟ ਹੋਏ ਆ ਜੇ ਮੇਰੀ ਵੀਡੀਓ ਨੂੰ, ਅਤੇ 18 ਮਿੰਟ ਵਿੱਚ ਹੀ ਮੈਂ ਪੂਰਾ ਆਪਣਾ ਇਹ ਕੰਪਲੀਟ ਕਰ ਲਿਆ। ਅਤੇ 20 ਮਿੰਟ ਹੁੰਦੇ ਆ ਫਿਰ ਵੀ, ਅਤੇ ਮੈਂ 18 ਮਿੰਟ ਵਿੱਚ ਹੀ ਕੰਪਲੀਟ ਕਰ ਲਈ ਇਹ ਚੀਜ਼। ਠੀਕ ਹੈ, ਤਾਂ ਮੈਨੂੰ ਲੱਗਦਾ ਕਿ ਤੁਹਾਨੂੰ ਇਹ ਵੀਡੀਓ ਹੈਲਪਫੁਲ ਰਹੂਗੀ। ਅਤੇ ਦੂਜੀ ਚੀਜ਼, ਕਦੀ ਵੀ ਟਾਸਕ 1 ਵਿੱਚ ਸਾਨੂੰ ਇਹ ਪੂਰਿਆਂ ਦੇ ਸਿਨੋਨਿਮ ਲਿਖਣ ਦੀ ਲੋੜ ਨਹੀਂ ਹੁੰਦੀ। ਠੀਕ ਹੈ, ਆਪਾਂ ਸਿੰਪਲੀ ਵੀ ਇਹਨਾਂ ਚੀਜ਼ਾਂ ਬਸ 2-3 ਅੱਗੇ ਮੋਰੇ ਚੀਜ਼ਾਂ ਲੈਣਾ ਚੇਂਜ ਕਰਕੇ ਆਪਾਂ ਪੂਰਾ ਲਿਖ ਸਕਦੇ ਹਾਂ। ਇੱਕ ਵੀਰ ਦਾ ਮੈਨੂੰ ਮੈਸੇਜ ਆਇਆ ਸੀ ਕਿ ਵੀਰ ਜਿਹੜਾ ਓਵਰਆਲ ਆ ਉਹ ਮੈਂ ਫਰੰਟ 'ਤੇ ਲਿਖਾਂ, ਆਫਟਰ ਇੰਟਰੋਡਕਸ਼ਨ ਲਿਖਾਂ, ਜਾਂ ਮੈਂ ਬਾਅਦ 'ਚ ਲਿਖਾਂ। ਯਾਰ ਇਹ ਡਿਪੈਂਡ ਨਹੀਂ ਕਰਦਾ, ਐਗਜ਼ਾਮੀਨਰ ਨੂੰ ਇਹ ਨਹੀਂ ਦੇਖਣਾ ਕਿ ਤੂੰ ਓਵਰਆਲ ਕਿੱਥੇ ਲਿਖਿਆ, ਉਹਨਾਂ ਨੇ ਇਹ ਦੇਖਣਾ ਹੈ ਕਿ ਤੁਸੀਂ ਮਤਲਬ ਜੋ ਵਿੱਚ ਲਿਖਿਆ ਹੈ ਉਹ ਚੀਜ਼ ਰੈਲੀਵੈਂਟ ਆ, ਮਤਲਬ ਕਿ ਥੋੜ੍ਹੀ ਸਮਝ ਆ ਰਹੀ ਹੈ ਉਹਨਾਂ ਨੂੰ ਕਿ ਤੁਸੀਂ ਜੋ ਬੋਲ ਰਹੇ ਹੋ, ਜੋ ਲਿਖ ਰਹੇ ਹੋ ਇਹਦੇ ਨਾਲ ਮੈਚ ਹੋ ਰਿਹਾ ਹੈ।
ਇਹ ਨਾ ਤਾਂ ਨਹੀਂ ਹੋ ਰਿਹਾ ਕਿ ਜੋ ਤੁਸੀਂ ਇਹਦੇ ਵਿੱਚ ਲਿਖ ਰਹੇ ਹੋ ਜਾਂ ਤੁਸੀਂ ਜੋ ਮਤਲਬ ਕਿ ਬੋਲ ਰਹੇ ਹੋ ਉਹ ਟੋਟਲੀ ਡਿਫਰੈਂਟ ਆ ਐਜ਼ ਕੰਪੇਅਰ ਟੂ ਦੀ ਅਦਰ ਥਿੰਗ ਹੈ। ਇੱਦਾਂ ਨਹੀਂ ਹੋਣਾ ਚਾਹੀਦਾ, ਠੀਕ ਹੈ। ਇਹ ਚੀਜ਼ ਥੋੜ੍ਹਾ ਆਪਣਾ ਦਿਮਾਗ ਦੇ ਵਿੱਚ ਰੱਖਿਓ ਕਿ ਸਾਨੂੰ ਮੇਨ ਮਾਇਨੇ ਹੈ ਕਿ ਆਪਾਂ ਬੈਂਡ ਸਕੋਰ ਲੈਣੇ ਆ, ਅਸੀਂ ਆਇਲਸ ਕਲੀਅਰ ਕਰਨੀ ਆ, ਨਾ ਕਿ ਆਇਲਸ ਦੇ ਵਿੱਚ ਡਿਗਰੀ ਕਰਨੀ ਆ, ਠੀਕ ਹੈ। ਆਇਲਸ ਨੂੰ ਅਸੀਂ ਸਿਰਫ ਕਲੀਅਰ ਕਰਨਾ ਹੈ, ਜਿਨ੍ਹਾਂ ਦੀ ਰਿਕੁਆਇਰਮੈਂਟ 6.5 ਆ, ਆਪਣਾ ਓਵਰਆਲ 6.5 ਲਓ, ਈਚ 6 ਲਓ, ਠੀਕ ਹੈ। ਤੇ ਲਿਸਨਿੰਗ ਤੇ ਜ਼ਿਆਦਾ ਫੋਕਸ ਕਰੋ, ਲਿਸਨਿੰਗ 'ਚ ਤੁਸੀਂ ਬੈਂਡ ਸਕੋਰ ਜ਼ਿਆਦਾ ਲੈ ਸਕਦੇ ਹੋ, ਠੀਕ ਹੈ। ਬਾਕੀ ਤਾਂ ਕੋਈ ਚੱਕਰ ਨਹੀਂ, 6 ਤੁਸੀਂ ਆਪਾਂ ਓਵਰਆਲ ਦੇ ਉੱਤੇ ਡਿਪੈਂਡ ਕਰੋ। ਜਿਹੜੇ ਤਾਂ ਬੰਦਿਆਂ ਨੇ GT ਵਗੈਰਾ ਕਰਨਾ ਹੈ ਉਹਨਾਂ ਨੂੰ ਚਾਹੀਦੇ ਆ 777 ਚਾਹੀਦੇ ਆ, ਉਹ ਤਾਂ ਚਲੋ ਹਾਈ ਲੈਵਲ ਦੇ ਵਿੱਚ ਆ ਜਾਂਦੇ ਆ। ਬਾਕੀ ਸਿੰਪਲੀ ਮਤਲਬ 6.5 ਦੇ ਵਿੱਚ ਬਲੀਵ ਕਰੋ ਆਪਣਾ, ਠੀਕ ਹੈ। ਤੇ ਮੈਂ ਤਾਂ ਇਹ ਕਹੂੰਗਾ 6.5 ਜਿਹੜੇ ਨੇ ਟਾਰਗੇਟ ਰੱਖਿਆ ਆ ਉਹ 7 ਜਾਂ 7.5 ਰੱਖੋ, ਤਾਂ ਹੀ 6.5 ਤੱਕ ਪੁੱਜੂਗੇ, ਠੀਕ ਹੈ। ਤੋ ਆਈ ਹੋਪ ਤੁਸੀਂ ਇਹ ਵੀਡੀਓ ਤੁਹਾਨੂੰ ਵਧੀਆ ਲੱਗੀ। ਪਲੀਜ਼ ਲੈਟ ਮੀ ਨੋ ਇਨ ਕਮੈਂਟ ਸੈਕਸ਼ਨ। ਪਲੀਜ਼ ਮੈਨੂੰ ਫੋਲੋ ਕਰ ਲਓ ਇੰਸਟਾਗ੍ਰਾਮ 'ਤੇ, ਜੇ ਕਿਸੇ ਨੂੰ ਕੋਈ ਡਾਊਟ ਆ ਆਈ ਐਮ ਹਿੰਮਤ ਫਿਟ ਦੇ ਨਾਮ 'ਤੇ ਮੇਰਾ ਅਕਾਊਂਟ ਆ, ਉਹਦੇ 'ਤੇ ਮੈਨੂੰ ਫੋਲੋ ਕਰ ਲਓ। ਇਹ ਚੀਜ਼ ਦੇਖੋ, ਮੈਂ ਇਹ ਪੂਰਾ ਸੇਮ ਡਿਟੋ ਨਾ ਲਿਖਿਓ, ਇਹਦੇ ਵਿੱਚ ਮੈਂ ਕੁਝ ਗਲਤੀਆਂ ਵੀ ਕੀਤੀਆਂ ਹੋਗੀਆਂ, ਤੁਸੀਂ ਬਸ ਇਹ ਤੁਹਾਨੂੰ ਸਮਝਾਉਣ ਲਈ ਮੈਂ ਛੋਟੀ ਜਿਹੀ ਵੀਡੀਓ ਬਣਾਈ ਸੀ ਕਿ ਤੁਹਾਨੂੰ ਇਹ ਸਮਝ ਆ ਜਾਏ ਕਿ ਕਿਸ ਤਰ੍ਹਾਂ ਆਪਾਂ ਇਹ ਚੀਜ਼ ਨੂੰ ਲਿਖਦੇ ਹਾਂ, ਠੀਕ ਹੈ। ਥੈਂਕ ਯੂ ਸੋ ਮਚ ਗਾਇਜ਼, ਮਿਲਦੇ ਆ ਨੈਕਸਟ ਵੀਡੀਓ ਵਿੱਚ। ਬਾਏ ਬਾਏ। ਇਹਨੂੰ ਵੀ ਉਨਾ ਹੀ ਪਿਆਰ ਦਿਓ ਜਿੰਨਾ ਤੁਸੀਂ ਪਹਿਲੀ ਵੀਡੀਓ ਨੂੰ ਦਿੱਤਾ ਹੈ।